जद कीता पंजाबियां ने कीता है कमाल हो जो बोले सोनिहाल। हम पंजाबी चैनल के श्रोताओं, मैं आपकी मुलाकात गाज़ियाबाद की चुनिंदा उन लोगों से कराता रहता हूं जो पाकिस्तान से आए और भारत में विभिन्न विभिन्न शहरों में बसे। आज मैं जिस शख्सियत से आपकी मुलाकात करा रहा हूं उनका नाम श्री योगेंद्र पाल शर्मा। आप नई दिल्ली एनडीएमसी में फिजिकल पीटीआई फिजिकल इंस्ट्रक्टर रहे और गाज़ियाबाद में आर्यवीर व्यायामशाला के आप उस्ताद भी रहे। और योग के विषय में जब गाज़ियाबाद के अंदर लोग बाग वेट लिफ्टिंग, जिम्नास्टिक या पहलवानी, कुश्ती आदि लड़ते थे तो आप उस जमाने में भी कहते थे कि भाई योग करो। लेकिन उस समय लोग योग को समझते नहीं थे कि योग आखिरकार क्या फायदा देता है। आप बांसुरी के भी बहुत अच्छे ज्ञाता हैं। तो मैं सबसे पहले योगेंद्र पाल जी, जिनकी आयु इस समय 88 साल है, मैं आपका अपने इस कार्यक्रम में स्वागत करता हूं। आपका बहुत बहुत स्वागत करता हूं। और मैं आपसे ये जानना चाहूँगा कि आप और आपका परिवार गाज़ियाबाद में कब आके बसा? सन 15 अगस्त 1947 को देश का बंटवारा हुआ। जिला गुजरावाले में तहसील हाफसाबाद के अंदर एक पिंड थी, उनका नाम ਸੀ ਕੋਟ ਨੱਕਾ। ਕੋਟ ਨੱਕੇ ਦੇ ਵਿੱਚ ਉਸ ਵੇਲੇ ਮੁਸਲਮਾਨਾਂ ਦਾ ਹਮਲੇ ਸ਼ੁਰੂ ਹੋ ਗਏ ਹਨ ਔਰ ਉਸ ਦੇ ਆਲੇ ਦੁਆਲੇ ਜਿਤਨੇ ਪਿੰਡ ਸਨ ਉਹ ਲੋਕ ਸਾਰੇ ਸਾਡੇ ਪਿੰਡ 'ਚ ਆ ਗਏ ਕਿਉਂਕਿ ਉੱਥੇ ਸਾਡੇ ਹਿੰਦੂਆਂ ਦੀ ਆਬਾਦੀ ਢੇਰ ਸਾਰੀ ਸੀ ਔਰ ਆਪਣੀ ਰੱਖਿਆ ਦਾ ਅਸੀਂ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ। ਬਕਾਇਦੇ ਮੋਰਚਾਬੰਦੀ ਕੀਤੀ ਸੀ ਸਾਰੀ ਤਰ੍ਹਾਂ ਨਾਲ, ਪਰ ਪਿੰਡ 'ਤੇ ਹਮਲਾ ਨਹੀਂ ਹੋਇਆ। ਮਗਰ ਉਹਦੇ ਬਾਅਦ ਇੰਝ ਹੋਇਆ ਕਿ ਲੋਕਾਂ ਨੇ ਕਿਹਾ ਵੀ ਇੱਥੋਂ ਤੋਂ ਜਾਣਾ ਹੀ ਪਿਆ। ਉੱਥੋਂ ਅਸੀਂ ਪੂਰਾ ਪਰਿਵਾਰ, ਪੂਰਾ ਪਿੰਡ ਹੀ ਸਾਡਾ ਉੱਥੋਂ ਚੱਲ ਪਿਆ। ਅਸੀਂ ਸਾਡੇ ਇੱਕ ਤਾਇਆ ਜੀ ਸਨ ਹਰਗੋਬਿੰਦ ਜੀ, ਉੱਥੋਂ ਛੋਟੇ ਜਗਨਨਾਥ ਜੀ ਸਨ, ਪਿਤਾ ਜੀ ਮੇਰੇ ਲਾਹੌਰ ਰਹਿੰਦੇ ਸਨ। ਉਹਦੇ ਸਾਡੇ ਭਾਈ ਸਨ ਵੱਡੇ ਮਨਮੋਹਨ ਵੈਦ ਜੀ, ਉਹ ਮੜ ਬਲੋਚਾਂ ਤੋਂ ਆਪਣੀ ਦੁਕਾਨ ਚਲਾਉਂਦੇ ਸਨ, ਉਹ ਵੀ ਆ ਗਏ। ਅਸੀਂ ਸਾਰਾ ਪਰਿਵਾਰ ਸਾਡਾ 4 ਭਰਾ ਸੀ, ਵੱਡੇ ਮਨਮੋਹਨ ਜੀ, ਛੋਟੇ ਕਿਸ਼ਨ ਜੀ, ਉਹ ਤੋਂ ਛੋਟਾ ਮੈਂ ਜੋਗਿੰਦਰ, ਮੇਰੇ ਛੋਟਾ ਯਸ਼ਪਾਲ। ਅਸੀਂ ਸਾਰੇ ਉੱਥੋਂ ਨਿਕਲ ਕੇ ਤੇ ਲਹਿਲਪੁਰ ਆ ਗਏ। ਲਹਿਲਪੁਰ ਬਹੁਤ ਵੱਡਾ ਕੈਂਪ ਸੀ DAV ਕਾਲਜ ਦੇ ਵਿੱਚ। ਉਸ ਕਾਲਜ ਦੇ ਵਿੱਚ ਅਸੀਂ ਆ ਕੇ ਸਾਡਾ ਸਾਰਾ ਪਿੰਡ ਵੀ ਆ ਗਿਆ, ਹੋਰ ਆਲੇ ਦੁਆਲੇ ਦੇ ਲੋਕ ਕਈ ਹਜ਼ਾਰਾਂ ਆਦਮੀ ਉੱਥੇ ਸਨ। ਰਾਤ ਨੂੰ ਉੱਥੇ ਹਮਲਾ ਹੋ ਗਿਆ। ਉਸ ਹਮਲੇ ਸਾਡੇ ਪਰਿਵਾਰ ਦੇ ਵੀ ਕਈ ਲੋਕ ਮਾਰੇ ਗਏ। ਮੇਰੇ ਤਾਇਆ ਜੀ ਦੀਆਂ ਉਂਗਲੀਆਂ ਕੱਟ ਗਈਆਂ ਸਨ। ਵੱਡੇ ਤਾਇਆ ਜੀ ਹਰਗੋਬਿੰਦ ਜੀ, ਉਹਨਾਂ ਦੇ ਤੇਰੇ 'ਚ ਚੋਟਾਂ ਲੱਗੀਆਂ। ਔਰ ਮੇਰੇ ਜਿਹੜੇ ਵੱਡੇ ਭਾਈ ਸਨ ਮਿੱਤਰ ਜੀ, ਉਹਨਾਂ ਦੇ ਜਿਹੜੇ ਸੁਸਰ ਸਾਹਿਬ, ਉਹਨਾਂ ਨੂੰ ਬੱਲਮ ਲੱਗੀ, ਉਹਨਾਂ ਦੇ ਪੇਟ 'ਚ ਹੀ ਬੜੀ ਚੋਟ ਆਈ। ਅਸੀਂ ਛੋਟੇ ਛੋਟੇ ਸੀ, ਮੈਂ ਉਸ ਵੇਲੇ 5ਵੀਂ ਕਲਾਸ ਦੇ ਪੜ੍ਹਦਾ ਸੀ, ਉਰਦੂ ਪੜ੍ਹਦੇ ਸੀ। ਉੱਥੇ ਸਾਨੂੰ ਲੈ ਆਏ ਅੰਦਰ। ਅਸੀਂ DAV ਕਾਲਜ ਦੇ ਤਾਂ ਬੜੀ ਸਾਰੀ ਰਾਤ ਕਈ ਮਾਰ ਕਾਟ ਹੁੰਦੀ ਰਹੀ। ਉਹਦੇ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ ਦੇ ਲੋਕਾਂ ਨੇ ਪੂਰੀ ਤਰ੍ਹਾਂ ਮੁਕਾਬਲਾ ਕਰਦੇ ਰਹੇ ਔਰ ਫਿਰ ਉੱਥੋਂ ਜਾ ਕਰਕੇ ਇੱਕ ਗੋਰਖਾ ਮਿਲਟਰੀ ਸੀ, ਉਸ ਮਿਲਟਰੀ ਕੋਲ ਮੇਰੇ ਵੱਡੇ ਭਾਈ ਸਾਹਿਬ ਗਏ ਕਿਉਂਕਿ ਉਹ ਲਹਿਲਪੁਰ ਵੀ ਆਏ ਹੋਏ ਸਨ। ਉਹਨਾਂ ਨੇ ਜਾ ਕੇ SDM ਨੂੰ ਕਿਹਾ, ਉਹਨਾਂ ਨੇ ਆ ਕੇ ਉਹਨਾਂ ਮਿਲਟਰੀ ਵਾਲਿਆਂ ਨੂੰ ਉੱਥੋਂ ਬਲੋਚ ਮਿਲਟਰੀ ਸੀ ਜਿਨ੍ਹਾਂ ਨਾਲ ਝਗੜਾ ਹੋਇਆ, ਫਿਰ ਉਹ ਲੋਕ ਚਲੇ ਗਏ। ਉਹਦੇ ਵਿੱਚ ਸਾਡੇ ਵੱਡੇ ਮਨਮੋਹਨ ਵੈਦ ਜੀ ਦੇ ਸੁਸਰ ਸਾਹਿਬ ਉਹ ਮਾਰੇ ਗਏ, ਉਹਨਾਂ ਦੀ ਲਾਸ਼ ਹੀ ਨਹੀਂ ਮਿਲੀ। ਬੜਾ ਚਿਰ ਅਸੀਂ ਲੋਕ ਉੱਥੇ ਕੈਂਪ ਵਿੱਚ ਰਹੇ। ਉਸ ਕੈਂਪ ਵਿੱਚ ਉਹਨਾਂ ਦਿਨਾਂ ਕਾਫਲੇ ਚੱਲ ਰਹੇ ਸਨ, ਲੋਕ ਪੈਦਲ ਹੀ ਹਿੰਦੁਸਤਾਨ ਆ ਰਹੇ ਹਨ। ਅਸੀਂ ਕਾਫਲੇ 'ਚ ਤਾਂ ਨਹੀਂ ਆਏ। ਉਹਦੇ ਬਾਅਦ ਮਿਲਟਰੀ ਦੇ ਟਰੱਕ ਲੱਗੇ, ਉਹ ਸਾਨੂੰ ਉੱਥੋਂ ਲੈ ਕੇ ਤੇ ਅੰਮ੍ਰਿਤਸਰ ਆ ਗਏ ਸੀ। ਉੱਥੇ ਸਾਡੇ ਭੂਆ ਜੀ ਫੁੱਫੜ ਜੀ ਰਹਿੰਦੇ ਸਨ ਔਰ ਉੱਥੋਂ ਦੇ ਮੁਸਲਮਾਨ ਮਕਾਨ ਖਾਲੀ ਕਰ ਗਏ ਸਨ ਅੰਮ੍ਰਿਤਸਰ ਦੇ। ਉੱਥੇ ਆ ਕੇ ਤੁਹਾਨੂੰ ਇੱਕ ਛੋਟਾ ਜਿਹਾ ਮਕਾਨ ਮਿਲ ਗਿਆ, ਉੱਥੇ ਅਸੀਂ ਰਹਿਣ ਲੱਗੇ। ਪਿਤਾ ਜੀ ਮੇਰੇ ਲਾਹੌਰ ਜੇਲ੍ਹ ਸਨ, ਉਹ ਬਾਅਦ ਵਿੱਚ ਆਏ। ਅਸੀਂ ਲੋਕ ਪਹਿਲੇ ਆ ਗਏ ਸੀ। ਉਹ ਮੁਸਲਮਾਨਾਂ ਨਾਲ ਮੁਕਾਬਲਾ ਕਰਦੇ ਕਰਦੇ ਉਹ ਪਕੜੇ ਗਏ ਸਨ। ਬਾਅਦ ਵਿੱਚ ਉਹ ਛੁੱਟ ਕੇ ਆਏ ਕੈਦੀਆਂ ਦੇ ਵਿੱਚ। ਉਹਦੇ ਬਾਅਦ ਅਸੀਂ ਉੱਥੋਂ ਫਿਰ ਚੱਲੇ। ਸਾਨੂੰ ਕੋਈ ਜ਼ਮੀਨਾਂ ਅਲਾਟ ਹੋਈਆਂ ਕਰਨਾਲ ਡਿਸਟ੍ਰਿਕਟ ਵਿੱਚ। ਮਗਰ ਇੱਥੇ ਨਾ ਰਹਿ ਕੇ ਸਾਡੇ ਜਿਹੜੇ ਵੱਡੇ ਸਨ ਉਹਨਾਂ ਨੇ ਸਾਨੂੰ, ਅਸੀਂ ਆ ਗਏ ਬ੍ਰਿੰਦਾਵਨ ਦੇ ਵਿੱਚ ਵੀ ਸਾਡੀ ਰਿਸ਼ਤੇਦਾਰੀਆਂ ਸਨ ਪਹਿਲੇ ਪੁਰਾਣੀਆਂ। ਉੱਥੇ ਆ ਕੇ ਅਸੀਂ ਰਹਿਣ ਲੱਗ। ਉੱਥੇ ਹੀ ਅਸੀਂ ਪ੍ਰਾਇਮਰੀ ਸਕੂਲ ਵਿੱਚ ਉਰਦੂ ਛੱਡ ਕੇ ਹਿੰਦੀ ਪੜ੍ਹੀ। ਉੱਥੋਂ ਫਿਰ ਪਿਤਾ ਜੀ ਨੇ ਛੋਟੀ ਜਿਹੀ ਨੌਕਰੀ ਮਿਲ ਗਈ, ਉੱਥੇ ਧਰਮਸ਼ਾਲਾ ਬਣ ਰਹੀ ਸੀ, ਉਹਦਾ ਕੰਮ ਕਰਦੇ ਰਹੇ। ਉਹਦੇ ਬਾਅਦ ਉਹ ਸੇਠ ਨੇ ਮਿਲ ਲਗਾਈ
हरदे जिला होशंगाबाद मध्य प्रदेश ਵਿੱਚ। ਫਿਰ ਅਸੀਂ ਮੱਧ ਪ੍ਰਦੇਸ਼ ਚਲੇ ਗਏ। 8ਵੀਂ ਕਲਾਸ ਮੈਂ ਉੱਥੇ ਪਾਸ ਕੀਤੀ। ਪਿਤਾ ਜੀ ਉੱਥੇ ਰਹੇ, ਉੱਥੇ ਮਾਂ ਬਿਮਾਰ ਹੋ ਗਈ। ਫਿਰ ਸਾਡੇ ਵੱਡੇ ਭਾਈ ਸਾਹਿਬ ਮਨਮੋਹਨ ਜੀ ਉਹ ਸਾਨੂੰ ਗਾਜ਼ੀਆਬਾਦ ਲੈ ਆਏ। ਉਹਦੇ ਬਾਅਦ ਅਸੀਂ ਗਾਜ਼ੀਆਬਾਦ ਆ ਗਏ। ਤੁਸੀਂ ਜਦੋਂ ਗਾਜ਼ੀਆਬਾਦ ਆ ਗਏ ਹੋ 1953 ਦੇ ਵਿੱਚ, ਜਿਵੇਂ ਤੁਸੀਂ ਦੱਸਿਆ, ਤੇ ਗਾਜ਼ੀਆਬਾਦ ਆਉਣ ਦੇ ਬਾਅਦ ਇੱਥੇ ਤੁਹਾਡੇ ਪਰਿਵਾਰ ਨੇ, ਵੈਸੇ ਤੁਹਾਨੂੰ ਯਾਦ ਹੈ ਕਿ ਸਾਰੇ ਪਰਿਵਾਰ ਦੇ ਕਿੰਨੇ ਕੁ ਬੰਦੇ ਸੀਗੇ, ਤੇ ਅਸੀਂ ਯਾਨੀ ਕਿ ਤੁਸੀਂ ਜਿਹੜਾ ਵੇ ਕਿਹੜੀ ਜਗ੍ਹਾ ਗਾਜ਼ੀਆਬਾਦ ਆ ਕੇ ਗਾਜ਼ੀਆਬਾਦ ਗਾਂਧੀ ਨਗਰ ਹੈ, ਜਿਹੜਾ ਗਾਂਧੀ ਨਗਰ ਹੈ ਨਾ ਅੱਜ ਕੱਲ੍ਹ ਮਾਰਕੀਟ ਬਣੀ ਹੈ ਜੀ, ਇਹਨਾਂ ਰਿਫਿਊਜੀ ਕੁਆਟਰ ਆਖਦੇ ਹਨ। ਕੁਆਟਰ ਨੰਬਰ 59 ਸਾਡਾ ਸੀ। ਉਹਦੇ 'ਚ ਰਹਿੰਦੇ ਸੀ, 2 ਕਮਰੇ ਸਨ। ਅਸੀਂ ਸਾਡੇ ਪਹਿਲੇ ਸਾਡੇ ਮਨਮੋਹਨ ਜੀ ਨੇ ਉੱਥੇ ਵੈਦਕ ਦੀ ਦੁਕਾਨ ਕੀਤੀ। ਦੁਕਾਨ ਵੀ ਕੁਆਟਰਾਂ ਦੇ ਵਿੱਚ ਹੀ ਸੀ। ਫਿਰ ਉਹਦੇ ਬਾਅਦ ਉਹਨਾਂ ਨੇ ਬਜਰੀਆ ਦੁਕਾਨ ਲੈ ਲਈ। ਉਹਦੇ ਵਿੱਚ ਸਾਡੇ ਵੱਡੇ ਤਾਇਆ ਜੀ ਹਰਗੋਬਿੰਦ ਜੀ ਉਹ ਵੀ ਇੱਥੇ ਹੀ ਗੁਜ਼ਰੇ। ਉਹਦੇ ਬਾਅਦ ਚਾਚਾ ਜਗਨਨਾਥ ਜੀ ਸਨ, ਔਰ ਉਹਦੇ ਬਾਅਦ ਫਿਰ ਸਾਡੇ ਪਿਤਾ ਜੀ ਵੀ ਆ ਗਏ। ਉਹ ਚੰਡੀਗੜ੍ਹ ਨੌਕਰੀ ਕਰਦੇ ਸਨ। ਤੇ ਇਸ ਤਰ੍ਹਾਂ ਅਸੀਂ ਸਾਰੇ ਭਰਾ ਇੱਥੇ ਇਕੱਠੇ ਹੀ ਰਹਿੰਦੇ ਸੀ, ਇੱਥੇ ਹੀ ਪੜ੍ਹੇ ਲਿਖੇ। ਔਰ ਧੀਰੇ ਧੀਰੇ ਮਿੱਤਰ ਜੀ ਵੀ ਉਹਨਾਂ ਨੇ JTC ਵਗੈਰਾ ਕੀਤਾ, ਔਰ ਫਿਰ ਅੱਗੇ ਕੁਆਲੀਫਿਕੇਸ਼ਨ ਕਾਫੀ ਕੀਤੀ। ਮੈਂ ਫਿਰ ਇੱਥੋਂ ਕਰਕੇ ਤੇ ਮੈਂ ਜੋਧਪੁਰ ਕਾਲਜ ਤੋਂ ਟ੍ਰੇਨਿੰਗ ਕੀਤੀ। ਤੇ ਇਸ ਤਰ੍ਹਾਂ ਆਪਣਾ ਸੰਘਰਸ਼, ਬੜਾ ਸੰਘਰਸ਼ ਕੀਤਾ ਜ਼ਿੰਦਗੀ ਦੇ ਵਿੱਚ, ਤੇ ਸਾਰੇ ਭਰਾ ਇਕੱਠੇ ਹੀ ਰਹਿੰਦੇ ਸੀ। ਉਹਦੇ ਬਾਅਦ ਫਿਰ ਮਨਮੋਹਨ ਜੀ ਨੇ ਸਾਨੂੰ ਖੜਾ ਕੀਤਾ, ਭਾਈ ਸਾਹਿਬ ਵੱਡਿਆਂ ਨੇ। ਉਹਨਾਂ ਹੀ ਸਾਡਾ ਸਾਰਾ ਦੇਖਭਾਲ ਕਰਦੇ ਸਨ। ਉਹਨਾਂ ਦੇ ਅਸੀਂ ਆਗਿਆ ਚੱਲਦੇ ਸੀ, ਜੋ ਕੁਝ ਕਰਨਾ ਉਹਨਾਂ ਨੇ ਕਰਨਾ। ਅੱਜ ਭਗਵਾਨ ਦੀ ਕਿਰਪਾ ਨਾਲ ਸਾਰਾ ਕੁਝ ਸਾਡੇ ਕੋਲ ਹੈਗਾ, ਕੋਈ ਕਮੀ ਨਹੀਂ ਹੈਗੀ। ਬਾਕੀ ਉਹ ਤਾਂ ਚਲੇ ਗਏ ਸਾਰੇ, ਉਹਨਾਂ 'ਚ ਇੱਕ ਮੈਂ ਹੀ ਬਚਿਆ ਹੋਇਆ। ਧੀਰੇ ਧੀਰੇ ਸਾਰੀ ਜ਼ਿੰਦਗੀ ਹੈ, ਇੰਨਾ ਭਰੋਸਾ ਤਾਂ ਕਿਸੇ ਨੂੰ ਨਹੀਂ। ਜੋਗਿੰਦਰਪਾਲ ਜੀ, ਹਾਂਜੀ, ਤੁਸੀਂ ਫਿਜ਼ੀਕਲ ਜਿਹੜੀ ਟ੍ਰੇਨਿੰਗ ਲਈ ਇਹ ਕਿੱਥੇ ਲਈ? ਜੋਧਪੁਰ ਕਾਲਜ, ਗਵਰਨਮੈਂਟ ਕਾਲਜ ਵਿੱਚ। ਹਾਂ, ਜੋਧਪੁਰ। ਉਹਦੇ ਬਾਅਦ ਫਿਰ ਤੁਹਾਨੂੰ ਨੌਕਰੀ ਕਿੱਥੇ ਮਿਲੀ? ਤੁਸੀਂ ਕਿਵੇਂ ਖੜੇ ਹੋਏ? ਕਾਲਜ ਦੇ ਵਿੱਚੋਂ ਹੀ ਨੌਕਰੀ ਮਿਲ ਗਈ ਸੀ। ਅੱਛਾ, ਵਜ਼ੀਫਾ ਹੀ ਮਿਲ ਗਿਆ। ਮੈਂ ਮਤਲਬ ਐਸਾ ਸੀ, ਇੰਟਰਵਿਊ ਹੁਆ। ਉਹਦੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਮਲਖਮ ਹੁੰਦਾ ਸੀ। ਹਾਂਜੀ। ਉਸ ਮਲਖਮ ਨੂੰ ਸਿਖਾਉਣ ਵਾਲਾ ਕੋਈ ਨਹੀਂ ਸੀ ਉੱਥੇ ਪੂਰੇ ਕਾਲਜ ਵਿੱਚ। ਔਰ ਮੈਂ ਮਹਾਰਾਸ਼ਟਰ ਵਿੱਚ ਵੀ ਰਿਹਾ ਵਾਂ, ਮੱਧ ਪ੍ਰਦੇਸ਼ ਵਿੱਚ ਵੀ ਰਿਹਾ ਵਾਂ, ਘੁਮਕੜ ਸੀ ਬੜਾ ਮੈਂ। ਤਾਂ ਉਹਨਾਂ ਨੇ ਸਾਡੇ ਉੱਥੇ ਜਿਹੜੇ ਪ੍ਰਿੰਸੀਪਲ ਸਨ ਸਰਦਾਰ ਸੁਧਾਨ ਸਿੰਘ ਜੀ, ਉਹ ਕਹਿਣ ਲੱਗੇ ਯਾਰ ਮਲਖਮ ਹੈਗਾ, ਇਹਦਾ ਕੋਈ ਪ੍ਰੋਫੈਸਰ ਨਹੀਂ ਹੈਗਾ। ਮੈਂ ਕਿਹਾ ਸਰ ਮੈਂ ਸਿਖਾਵਾਂ? ਕਹਿੰਦੇ ਤੂੰ ਜਾਣਦਾ? ਮੈਂ ਕਿਹਾ ਹਾਂਜੀ ਜਾਣਦਾ। ਕਿ ਦਿਖਾ। ਮੈਂ ਫਿਰ ਉਹ ਮਲਖਮ ਉੱਥੇ ਜਿਸ ਵੇਲੇ ਕੀਤਾ ਉਹ ਹੈਰਾਨ ਹੋ ਗਏ। ਅੱਛਾ, ਉਹਦੇ ਬਾਅਦ ਫਿਰ ਮੈਂ ਉੱਥੋਂ ਟ੍ਰੇਨਿੰਗ ਕੀਤੀ ਤੇ ਮੈਨੂੰ ਉੱਥੋਂ ਹੀ ਅਪਾਇੰਟਮੈਂਟ ਮਿਲ ਗਈ ਕਾਲਜ ਦੇ ਵਿੱਚੋਂ। ਬੀਕਾਨੇਰ ਦਫ਼ਤਰ ਹੁੰਦਾ ਸੀ ਉਹ। ਫਿਰ ਮੈਂ ਉੱਥੋਂ ਆਪਣਾ ਸਿੱਧਾ ਅਪਾਇੰਟਮੈਂਟ ਲਾਮਾ ਹਰੀ ਸਿੰਘ ਵਿੱਚ ਹੋ ਗਿਆ ਮੇਰਾ। ਤੁਸੀਂ ਉੱਥੇ ਮਲਖਮ ਸਿਖਾਉਣ ਲੱਗ ਪਏ ਸੀ? ਹਾਂ, ਮੈਂ ਸਿਖਾਇਆ ਕਾਲਜ ਦੇ ਵਿੱਚ ਆਪਣੇ ਸਾਥੀਆਂ ਨੂੰ। ਅੱਛਾ, ਉਸ ਦੇ ਬਾਅਦ ਜਿਹੜੀ ਤੁਹਾਡੀ ਨੌਕਰੀਆਂ ਜਗ੍ਹਾ ਜਗ੍ਹਾ ਲੱਗਦੀਆਂ ਗਈਆਂ, ਹਾਂ, ਤੁਸੀਂ ਮੱਧ ਪ੍ਰਦੇਸ਼, ਰਾਜਸਥਾਨ ਵਗੈਰਾ ਸਭ ਜਗ੍ਹਾ ਨੌਕਰੀ ਕੀਤੀ। ਹਾਂਜੀ। ਦਿੱਲੀ ਦੇ ਵਿੱਚ NDMC 'ਚ ਤੁਸੀਂ ਨੌਕਰੀ ਤੇ ਕਿਵੇਂ ਆਏ? ਦਿੱਲੀ ਐਸਾ ਹੋਇਆ, ਮੈਂ ਪਾਵਟਾ ਲੱਗਾ ਹੋਇਆ ਸੀ। ਉਹ ਪਾਵਟਾ ਜਿਹੜਾ ਇਲਾਕਾ ਸੀ ਉਹ ਪੂਰਾ ਡਾਕੂਆਂ ਦਾ ਇਲਾਕਾ ਸੀ। ਉਹਨਾਂ ਦੇ ਨਾਲ ਡਾਕੂ ਬੜੇ ਹੁੰਦੇ ਸਨ। ਮੇਰੇ ਭਾਈ ਸਾਹਿਬ ਜਿਹੜੇ ਮਿੱਤਰ ਜੀ ਹਨ ਉਹ ਕਹਿ ਲਗੇ ਜੋਗਿੰਦਰ ਨੂੰ ਦਿੱਲੀ ਲੈ ਆਓ। ਪਿਤਾ ਜੀ ਮੈਨੂੰ ਲੈਣ ਆ ਗਏ ਉੱਥੇ ਰਾਜਸਥਾਨ ਆਏ। ਤੇ ਉਹਨਾਂ ਨੇ ਕਿਹਾ ਜੋਗਿੰਦਰ ਬੋਲੇ ਨਹੀਂ, ਦਿੱਲੀ ਤੇਰਾ ਫਾਰਮ ਭਰ ਦਿੱਤਾ ਹੈ ਕਿਸ਼ਨ ਜੀ ਨੇ, ਤੇ ਤੇਰਾ ਇੰਟਰਵਿਊ ਆਇਆ ਤੇ ਦਿੱਲੀ ਚਲਾ ਚੱਲ। ਮੈਨੂੰ ਉੱਥੋਂ ਗਾਜ਼ੀਆਬਾਦੋਂ ਲੈਣ ਆ ਗਏ ਉੱਥੇ ਪਾਵਟਾ। ਮੈਂ ਕਿਹਾ ਚਲੋ ਚੱਲੇ ਆ। ਮੈਂ ਉੱਥੇ ਆਪਣਾ ਪ੍ਰਿੰਸੀਪਲ ਨੂੰ ਕਿਹਾ ਕਿ ਮੈਂ ਕਿਹਾ ਜੀ ਮੇਰਾ ਇੰਟਰਵਿਊ ਆਇਆ, ਮੈਂ ਜਾ ਰਿਹਾ ਦਿੱਲੀ। ਕਹਿਣ ਲੱਗੇ ਅੱਛਾ। ਬੋਲੇ ਠੀਕ ਹੈ, ਅਗਰ ਤੇਰਾ ਕੰਮ ਹੋ ਜਾਏ ਤਾਂ ਚਲਾ ਜਾ। ਇੱਥੇ ਆਇਆ ਤੇ ਇੱਥੇ ਆਪਣਾ ਸਿਲੈਕਸ਼ਨ ਹੋਣਾ ਸੀ। ਠਾਕੁਰ ਗਜਰਾਜ ਸਿੰਘ ਸਨ, ਉਹ ਰਾਜਸਥਾਨ ਦੇ ਪਹਿਲੇ ਡਾਇਰੈਕਟਰ ਰਹਿ ਚੁੱਕੇ ਸਨ। ਅੱਛਾ। ਉਹਨਾਂ ਦਿਨਾਂ 'ਚ ਮੈਂ ਆਇਆ, ਮਿੱਤਰ ਜੀ ਮੇਰੇ ਨਾਲ ਆਣ, ਕਿਸ਼ਨ ਜੀ ਜਿਸ ਵੇਲੇ ਮੈਂ ਇੰਟਰਵਿਊ ਦੇਣ ਆਇਆ। ਇੱਥੇ ਆਇਆ ਤੇ ਅੰਦਰ ਬੋਰਡ ਬੈਠਾ ਸੀ, ਸੁਰਿੰਦਰ ਸੈਣੀ, ਡਾਕਟਰ ਗਜਰਾਜ ਸਿੰਘ ਔਰ ਸੈਕਟਰੀ ਸਾਹਿਬ ਸਨ ਸਕਸੇਨਾ ਸਾਹਿਬ, ਇੱਕ ਹੋਰ ਸੱਜਣ ਸਨ। ਉਹ ਮੇਰੇ ਤੇ ਕਹਿਣ ਲੱਗੇ ਤੁਸੀਂ ਯੋਗ ਦੇ ਬਾਰੇ 'ਚ ਕੀ ਜਾਣਦੇ ਹੋ? ਪ੍ਰਸ਼ਨ ਕੀਤੇ ਨੇ। ਯੋਗਾ? ਮੈਂ ਕਿਹਾ ਜੀ ਯੋਗਾ ਨਹੀਂ ਹੈ, ਯੋਗ ਹੈ। ਡਾਇਰੈਕਟਰ ਸਾਹਿਬ ਕਹਿਣ ਲੱਗੇ, ਬੋਲੇ ਕਿ ਯੋਗ? ਮੈਂ ਕਿਹਾ ਯੋਗ ਦਾ ਮਤਲਬ ਜਮਾ, ਹਠ ਯੋਗ, ਧਿਆਨ ਯੋਗ, ਸਮਾਧੀ ਯੋਗ, ਆਸਨ, षटकर्मिक क्रियाएं, ये सारे मिला के योग बनता है। योग तो मैं योगा अंग्रेजी वाले आखते हैं, इनका ना योग है। कह लेंगे आप इसके बारे में क्या जानते हो? मैं जी आप क्या पूछ रहे हो? पूछा आप बता सकते हो? मैं अपनी कमीज लाई, बनैन पाई हुई थी, हेड़ा पैंट थी सफेद। मित्र जी वेख रहे हैं, बाहर खड़े हैं, उत्थे पिया सी गुलदस्ता।
मैं कहा ठाकुर साहब मैं ले सकता हूँ, कहने लगे ले ले। मैं गुलदस्ता के रखा मत्थे थे और रख के चक्रासन किया। उन्हें पानी भरया थे, फुल लग गए सन, हेठा हाथ लगा के चक्रासन करके खड़ा हो गए। फिर गुलदस्ता में उन्होंने मेज ते रख दिता। वो सारे आए, सुरेंद्र सैनी लेडीज भी थी उत्थे। वो तुरंत बाद फिर वो गांधी साहब सन एजुकेशन अफसर, कहने लगे बोले कि इस लड़के से क्या पूछो। बोले कहाँ काम कर रहा है तू? मैंने जी मैं राजस्थान में हूँ। बोले कहाँ? मैं कहा निवाई में, वनस्थली के पास। बोले हाँ। बोले तो वहाँ तो राम शरण दास जी वो हैं प्रिंसिपल। मैं कहा जी उन्हीं के पास हूँ। कहने लगा हो गया तेरा इंटरव्यू। मैं जी मेरे देख लो डिप्लोमा सर्टिफिकेट। बोले देख लिया यार, तू बंद कर फाइल अपनी। बस मैं बाहर आया, भाजी देख रहे थे। कहने लगे जी वो बाबू कहने लगे ना हो गया सिलेक्शन। बहुत काफ़ी लड़के आए सन, बहुत दूर दूर से आए सन। बस नई दिल्ली सिलेक्शन हो गया। नई दिल्ली एनडीएमसी में आपने कितने साल नौकरी करी? मैं सन 1 जनवरी 1964 लग गया और 64 के बाद तू देख ले 1997 रिटायर हो जा। जनवरी साल ला किन्ने साल हो गए। ਇਹ ਜਿਹੜੀ ਤੁਹਾਡੀ ਅੱਖਾਂ ਦੀ ਜਿਹੜੀ ਰੋਸ਼ਨੀ ਗਈ ਔਰ ਧੀਰੇ ਧੀਰੇ ਗਈ, ਇਹ ਕਿਵੇਂ ਚਲੀ ਗਈ? ਇਹ ਚਲੀ ਗਈ ਹੁਣ ਇਸ ਦੇ ਬਾਰੇ ਨਾ ਪੁੱਛਦੇ, ਅੱਛਾ ਹੀ ਕੋਈ ਫਾਇਦਾ ਨਹੀਂ। ਬੀਤਾ ਜਿਹੜਾ ਸਮਾਂ ਬੀਤ ਜਾਏ ਨਾ ਉਹਨੂੰ ਜਾਣੇ ਦੋ, ਅਗਲੇ ਦਾ ਤੁਹਾਨੂੰ ਪਤਾ ਨਹੀਂ, ਵਰਤਮਾਨ ਨੂੰ ਚੱਲੋ, ਜੋ ਗਿਆ ਸੋ ਗਿਆ, ਉਹਦੇ ਬਾਰੇ ਨਾ ਸੋਚੋ। ਸੋਚੋਗੇ ਜ਼ਿਆਦਾ ਪਰੇਸ਼ਾਨ ਹੋਵੋਗੇ। ਪਰੇਸ਼ਾਨੀ ਹੈ। ਹਾਂ ਪਰੇਸ਼ਾਨੀ ਹੁੰਦੀ। ਠੀਕ ਹੈ। ਜੇ ਤੁਸੀਂ ਇੱਥੇ ਆਰੀਵੀਰ ਵਿਆਮਸ਼ਾਲਾ ਜਿਹੜੀ ਗਾਂਧੀ ਨਗਰ ਵਿੱਚ ਹੈ ਸੀ, ਹਾਂ ਉਹਦੇ ਉਸਤਾਦ ਵੀ ਰਹੇ। ਮੈਂ ਸਿਖਾ ਬਣਾਈ ਮੈਂ ਉਹ। ਹਾਂਜੀ ਹਾਂ ਉਸਤਾਦ ਨਹੀਂ ਰਹਾ, ਉਹਦੀ ਸਥਾਪਨਾ ਹੀ ਮੈਂ ਕੀਤੀ ਹੈ। ਉਹ ਸੰਤੋਸ਼ ਕੁਮਾਰ ਗੁਪਤਾ ਹੁੰਦੇ ਸਨ, ਹੁਣ ਚਲੇ ਗਏ ਵਿਚਾਰੇ ਉਧਰ। ਤੇ ਉਹ ਸਨ ਆਰੀਵੀਰ ਦਲ 'ਚ। ਇੱਥੇ ਉੱਗਰ ਦੀ ਇੱਕ ਬਗੀਚੀ ਸੀ, ਉੱਗਰ ਸੈਨ ਦੀ। ਉਸ ਬਗੀਚੇ ਮੇਰਾ ਅਖਾੜਾ ਸੀ, ਕੁਸ਼ਤੀ ਸਿਖਾਉਂਦਾ ਸੀ ਮੈਂ ਉਸ ਵੇਲੇ, ਕਰਦਾ ਵੀ ਸੀ ਕੁਸ਼ਤੀ। ਉਹ ਆਏ ਕਹਿੰਦੇ ਵਿਆਮਸ਼ਾਲਾ ਬਣਾਉਣੀ ਹੈ। ਉਹਲੇ ਬਣ ਰਿਹਾ ਸੀ ਇੱਥੇ ਸੰਨਿਆਸ ਆਸ਼ਰਮ। ਉਹ ਸੰਨਿਆਸ ਆਸ਼ਰਮ ਦੇ ਵਿੱਚ ਅਸੀਂ ਮੈਂ ਸੰਤੋਸ਼ ਕੁਮਾਰ ਗੁਪਤਾ ਅਸਾਂ ਮਿਲ ਕੇ ਉਸ ਵਿਆਮਸ਼ਾਲਾ ਦੀ ਸਥਾਪਨਾ ਕੀਤੀ। ਫਿਰ ਉੱਥੇ ਜ਼ਮੀਨ ਸੀ, ਉਹਦੇ ਉੱਤੇ ਮਨਮੋਹਨ ਜੀ ਨੇ ਕਿਹਾ ਇੱਥੋਂ ਦੇ ਵਾਈਸ ਚੇਅਰਮੈਨ ਸਨ, ਨਾਲੇ ਆਪਣਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਸਨ। ਉਹਨਾਂ ਨੇ ਸਾਨੂੰ ਜ਼ਮੀਨ ਦੱਸੀ ਦਇਆਨੰਦ ਨਗਰ ਦੇ ਕੋਲ। ਅਸੀਂ ਉਸ ਜ਼ਮੀਨ 'ਤੇ ਕਬਜ਼ਾ ਕਰ ਲਿਆ। ਉੱਥੇ ਅਸੀਂ ਕਮਰਾ ਬਣਾ ਕੇ ਅਖਾੜਾ ਸ਼ੁਰੂ ਕਰ ਦਿੱਤਾ, ਵਿਆਮਸ਼ਾਲਾ ਕਰ ਦਿੱਤੀ, ਕੈਂਪ ਲਗਾਏ PRD ਵਗੈਰਾ ਦੇ। ਉਹ ਫਿਰ ਬਾਅਦ ਵਿੱਚ ਬਾਊ ਜੀ ਨੇ ਸਾਨੂੰ ਇਹ ਜ਼ਮੀਨ ਇੱਥੇ ਗਾਂਧੀ ਨਗਰ ਸਕੂਲ ਦੇ ਪਿੱਛੇ ਦਿਲਾਈ, ਅਲਾਟ ਕਰਾ ਦਿੱਤੀ। ਹਾਂ ਇੱਥੇ ਵੀ ਉਹ ਵਿਆਮਸ਼ਾਲਾ ਉਸ ਵੇਲੇ ਬਣੀ। ਉਹ ਸਥਾਪਨਾ ਹੀ ਮੈਂ ਕੀਤੀ ਹੈ। ਉਸ ਵਿਆਮਸ਼ਾਲਾ ਦੇ ਵਿੱਚ ਤੁਸੀਂ ਕੀ ਕੀ ਸਿਖਾਉਂਦੇ ਰਹੇ? ਮੈਂ ਕੁਸ਼ਤੀ ਸਿਖਾਉਂਦਾ ਸੀ, ਵੇਟ ਲਿਫਟਿੰਗ ਸਿਖਾਉਂਦਾ ਸੀ, ਪੈਰਲਲ ਵਾਰ, ਹੌਰੀਜ਼ੌਂਟਲ ਵਾਰ, ਮਲਕਮ। ਤੂੰ ਤਾਂ ਦੇਖਿਆ ਯਾਰ ਹਿਮਾਂਸ਼ੂ ਸਾਰਾ। ਮੈਂ ਤਾਂ ਖੈਰ ਸਾਰਾ ਦੇਖਿਆ ਹੈ, ਕਰਿਆ ਵੀ ਹੈ। ਤੂੰ ਮੇਰੇ ਕੋਲ ਸਿੱਖਦਾ ਵੀ ਰਿਹਾ ਹੈ। ਮੈਂ ਤਾਂ ਸਾਰਾ ਕੁਝ ਸਿਖਾਉਂਦਾ ਸੀ। ਸਾਰੇ ਜਿੱਦੇ ਸ਼ਾਗਿਰਦ ਨਾ ਮੇਰੇ ਹੀ ਸਨ। ਅਸ਼ੋਕ ਬਜਾਜ ਵੀ, ਵੇਦ ਵਿਆਸ ਵੀ, ਹੋਰ ਅੱਛੇ ਲੜਕੇ ਜਿਹੜੇ ਨੈਸ਼ਨਲ ਲੈਵਲ 'ਤੇ ਨਿਕਲੇ ਨੇ, UP ਸਟੇਟ 'ਚ ਨਿਕਲੇ ਨੇ, ਉਹ ਸਾਰੇ ਮੇਰੇ ਕੋਲੋਂ ਹੀ ਨਿਕਲੇ ਸਾਰੇ। ਮਗਰ ਉਹਨਾਂ ਦਿਨਾਂ 'ਚ ਸਾਰੇ ਕਰਨ ਦੇ ਬਾਅਦ ਮੈਂ ਯੋਗ ਜ਼ਰੂਰ ਕਰਦਾ ਸੀ। ਉਹ ਕਹਿ ਲਗੇ ਬੋਲੇ ਕਿ ਗੁਰੂ ਜੀ ਇਹਨਾਂ ਕਰਾਉਣ ਦੇ ਬਾਅਦ ਵੀ ਤੁਸੀਂ ਯੋਗ ਕਰਦੇ ਹੋ। ਮੈਂ ਕਿਹਾ ਇਹ ਹੀ ਰਹਿ ਜਾਏਗਾ, ਬਾਕੀ ਸਭ ਛੁੱਟ ਜਾਏਗਾ। ਸਰੀਰ ਮੈਂ ਕਿਹਾ ਜੈਸੇ ਜੈਸੇ ਕਮਜ਼ੋਰ ਹੋ ਜਾਂਦਾ ਫਿਰ ਉਹ ਸਪੋਰਟਸ ਨਹੀਂ ਕਰ ਸਕਦਾ ਆਦਮੀ। ਉਹੀ ਗੱਲ ਹੋ ਗਈ। ਹਰਬੰਸ ਲਾਲ ਸੁਰੂ ਵੀ ਮੇਰੇ ਨਾਲ ਹੀ ਸੀ ਜੋ ਓਲੰਪੀਅਨ ਹੈ। ਹਾਂ ਇਹ ਵੀ ਮੇਰੇ ਨਾਲ ਦਾ ਸੀ, ਸਮਝੇ ਨਾ। ਗੁਰਦਿਆਲ ਸਿੰਘ ਸੀ, ਰੇਲਵੇ ਸੀ। ਸਰਦਾਰਾ ਸਿੰਘ ਸੀ, ਹੈਮਰ ਥਰੋਰ ਸੀ। ਉਹ ਪੂਰੇ ਰੇਲਵੇ ਦਾ ਨੈਸ਼ਨਲ ਚੈਂਪੀਅਨ ਸੀ ਔਰ ਏਸ਼ੀਆ ਦਾ ਬੜਾ ਖਿਡਾਰੀ ਸੀ। ਇੱਕ ਨਹੀਂ ਸੀ, ਪਤਾ ਨਹੀਂ ਕਿਤਨੇ ਨੇ ਨਾਮ ਨੇ। ਮੈਂ ਗਿਣਾਉਣ ਲੱਗਾ ਤਾਂ ਬਹੁਤ ਨਿਕਲਦੇ ਲੜਕੇ, ਬਹੁਤ ਲੜਕੇ ਲਿਖ ਲਏ ਨੇ ਇੱਥੋਂ। ਬਹੁਤ ਹੀ ਵਧੀਆ ਵਿਆਮਸ਼ਾਲਾ ਸੀ। This program is powered by Safab, crafting your dreams. Mixon, dream it, live it. Karyan, commercial residential warehouse. Anand Gold, Ronak, harmony in health, harmony in life. ਅਸੀਂ ਤੁਹਾਡੇ ਕੋਲੋਂ ਬਾਂਸੁਰੀ ਵੀ ਬਹੁਤ ਸੁਣੀ ਹੈ। ਤੁਸੀਂ ਆਪਣੀ ਬਾਂਸੁਰੀ ਨਾਲ ਲਿਆਏ ਹੋ? ਲਿਆਇਆ ਤਾਂ ਹੈਗਾ। ਤੇ ਇੱਕ ਵਾਰੀ ਥੋੜੀ ਜੀ ਬਾਂਸੁਰੀ ਸੁਣਾਓ, ਕਿਉਂਕਿ ਸਾਡਾ ਜਿਹੜਾ ਸਮਾਂ ਹੁੰਦਾ ਹੈ ਉਹ ਥੋੜਾ ਲਿਮਿਟਿਡ ਰਹਿੰਦਾ ਹੈ। ਤੇ ਥੋੜੀ ਬਾਂਸੁਰੀ ਤੁਸੀਂ ਸੁਣਾ ਦਿਓ ਸਾਨੂੰ। ਤੁਸੀਂ ਕਹਿੰਦੇ ਤਾਂ ਸੁਣਾ ਦੇਣਾ। ਹਾਂਜੀ मैं सुना रहा जोगिया जगह एक सराय, सदा रहा ना सदा रहेगा, एक आए एक जाए। जिसका जितना दाना पानी उतना ही वह पाए, छोड़ के अपनों का यह मेला हंस अकेला जाए। सीप में सागर नहीं समाए, सागर सीप समाए, जोगिया जगह एक सराय।
सुख के उजियालों के पीछे दुख के काले साए, जानते हुए अनजान बने जो, उसको कौन समझाए, जोगिया जग है एक सराय। अब आप इसे बांसुरी पे सुनो। बहुत सुंदर बांसुरी बजाई। मैंने ये भी सुना है कि आप ये कहते हो कि बांसुरी बजाना भी एक योग है। ऐसा है। अभी मैंने जो पुस्तक लिखाई है, संगीत का सीधा हमारे मस्तिष्क से, कंसंट्रेशन ऑफ माइंड जब तक नहीं होगा आप योग नहीं कर सकते। और बांसुरी जो है इसमें सांस है, प्राणायाम नहीं करोगे तो आप बांसुरी नहीं बजा सकते। अब मेरी 88 साल की उम्र है, चलते हुए आदमी सांस चढ़ जाता है, बैठते हुए सांस चढ़ जाता है। तो प्राणायाम जो है वो सांस को लंबा करता है और स्वास्थ्य को ठीक रखता है। तो इसलिए बांसुरी भी एक जो है ये योग है। और बांसुरी बांके बिहारी हमारे कृष्ण भगवान ने बजाई है और उन्होंने गीता भी सुनाई है। तो देखो योग सारा बताया अर्जुन को। तो हम तो भगवान कृष्ण के भक्त हैं, समझे ना। या अनुरागी चित्त की गति समझे नहीं कोई, जो जो बूढ़े श्याम रंग तो उज्ज्वल हो। शीश मुकुट कटि काचनी, मुख मुरली उर्माल, ए मानस मोह मन बसो सदा बिहारी ला। योगेंद्र पाल जी, एक आपकी सिस्टर भी होती थी जो पहले गांधीनगर ही रहते थे और फिर पानीपत जाके रहते थे। हमारे बहन जी। हाँ जी। हाँ, वो बहुत ही बढ़िया गाती थी, बहुत सुंदर आवाज़ थी। बहन हमारी एक ही बहन थी चारों भाइयों की, और बड़ी योग्य थी, बड़ा ज्ञान था उन्हें, बहुत ज्ञान था। और जो पंडित जयचंद जोशी थे, हाँ, वो ज्योतिष करते थे। ज्योतिष करते थे, ज्योतिष का उनके वो पूरा खानदान ही ज्योतिषी था। उनके पिताजी भी थे रामकृष्ण जी, उसके बाद ये थे जयचंद जी थे, और दूसरे भाई भी उनके था, वो ज्योतिष का ही काम करते थे। यहाँ तक कि आप जाते थे ना, जब आप बैठते थे उनके पास तो वो रबल फेंकते थे और ये बता देते थे आप इस काम के लिए आए हो और ये पूछना चाहते हो। बजरिया के अंदर दुकान थी, बाहर बाबूजी की दुकान थी, मनमोहन जी की पुलिस चौकी के सामने, अंदर उनकी दुकान, वो बैठते थे, उनकी ज्योतिष की दुकान थी। बहन जी यहाँ रही, बाद में पानीपत चले गए थे। योगेंद्र पाल जी, जब आप वहाँ से लायलपुर से चले तो आप कोई सामान, कोई जेवर, कोई संपत्ति अपने साथ लाए? मेरी माँ के पास एक गिलास था और 3 कपड़ों में हम आए थे। कख नहीं था, कुछ नहीं, एक नया पैसा नहीं था। बस ये है कि हमारी जान बच गई थी। वो
कोई गिलास हमारे पास था, कुछ नहीं। जब हम अमृतसर आ गए उसके बाद फिर पिताजी आ गए हमारे, वहाँ फिर आकर के कुछ मेहनत करी सब लोगों ने। अब वो लंबी कहानी है, इतने बताने क्या ज़रूरत है। हमारे मित्र जी कागज़ के फूल बनाते थे, बड़े अच्छा आर्ट उनके हाथ में था। हम वो फूल लेकर के गुरुद्वारे के पास, स्वर्ण मंदिर के पास जाके बेच आते थे। उससे जो पैसे आ जाते थे वो ला के दे देते थे। इस तरह से मैंने मिट्टी के खिलौने बनाना सीखे और कई अरे बहुत बहुत संघर्ष किया है। अब छोड़ो उन बातों से, वहाँ ये है मेहनत में हम कभी नहीं छोड़ी हमने। आज हम उसकी कृपा से सब ठीक है। आपने जो इतना योग किया है, हाँ, आप उस योग के विषय में कुछ हमारे श्रोताओं को बताएं। योग एक ऐसी क्रिया है जिस क्रिया के करने से सिर्फ आज आप 5 या 10 मिनट भी कर लोगे, आपको मानसिक, आत्मिक और शारीरिक शांति मिलेगी। हर व्यक्ति के शरीर की बनावट अलग है और कठिन आसन वो कर भी नहीं सकता, परंतु जो हल्के हल्के आसन हैं उनको भी यदि करे, प्राणायाम करे तो बहुत ही स्वस्थ रहेगा। दूसरा, जितने व्यसन हैं उन व्यसनों से दूर रहे, ये योग बताता है। इसमें सांस क्रिया, रक्त संचार क्रिया, मांसपेशियों का चलना, पाचन क्रिया आदि अनेक क्रियाएं हैं जो शरीर से संबंध रखती हैं। लोगों को बड़े बड़े बीमारियां हो जाती, कैंसर हो गया और कई बीमारियां जिनके इलाज भी नहीं मिलते, परंतु जो रोज प्राणायाम करेगा 10 मिनट भी, उसको कभी भी हार्ट की, गुर्दे की और किसी प्रकार की, पेट की, आंतड़ियों की कोई बीमारी नहीं हो सकती, क्योंकि प्राणायाम हमारे शरीर के अंदर जितने फेफड़े हैं उनको सेव करता है। इसमें अनुलोम विलोम, कपालभाति, भ्रामरी, महाध्वनि, ओमकार, शीतली और भस्त्रिका, दीर्घ प्राणायाम, ये 8 आते हैं। ये किसी अच्छे गुरु से सीखने के बाद ही आप इसे शुरू करो, आपको बहुत फायदा पहुंचेगा। आसन भी आप किसी अच्छे ज्ञानी से सीखोगे। उसमें पश्चिम उत्तान है, कुछ पेट के आसन है, कुछ हमारे घुटनों के बैठने के, उठने के। तो ये हमारे जोड़ों में जितने दर्द हो जाते हैं, डॉक्टरों के पास जाते हो, हड्डियों की सर्जरी कराते हो, ये सारे से आपका छुटकारा हो जाएगा। 88 साल की उम्र होने के बाद भी मुझे कभी कमर में दर्द नहीं होती, कभी पेट में तकलीफ नहीं होती। आज तक कभी के डॉक्टर को हार्ट नहीं, जब भी दिखाया ब्लड प्रेशर नॉर्मल, हर चीज़ नॉर्मल। तो क्यों है? योग। योग को करना, चाहे 15 मिनट करो, 20 मिनट करो, आप उसको किसी गुरु से ज़रूर सीखो जो जानकार हो। ऐसे नहीं टेलीविज़न में देख लो या फोटो देख लो या करने लग जाओ ना, किसी से पूछ करके करो, आपको इसके ऊपर बहुत लाभ मिलेगा। बहुत सारे आसन हैं, इसमें षटकर्मिक क्रियाएं हैं। जल पी करके निकाल देना, कुंजल करना, जल नेति करना, सूत्र नेति करना, समझे जी। ये सारी जो है गज करनी क्रिया है, धोती क्रियाएं हैं। तो ये क्रियाएं ऐसी हैं कि जिनके करने से, षटकर्मिक क्रियाओं से हमारे अंदर की तो सफाई हो जाती है। तो मगर ये किसी गुरु के द्वारा ही सीखी जा सकती है, अपने आप कभी करने का अभ्यास नहीं करना चाहिए। और आप योग किसी अच्छे गुरु से सीखेंगे, आप जीवन भर स्वस्थ रहेंगे, जीवन भर स्वस्थ रहेंगे, ये मेरी गारंटी है। ऐसे कौन कौन से आसान आसन हैं जिनको आम आदमी कर सकता है? कुछ आसन ऐसे हैं जो खड़े होकर करते हैं, कुछ आसन ऐसे हैं जो बैठ के करते हैं, कुछ आसन है जो वज्रासन पे करते हैं, कुछ हम उल्टा लेट के करते हैं। परंतु इनमें आसान ये आसन है कि आप सबसे पहले तो पश्चिमोत्तान आसन आप करें। पीछे से उठ करके अपने पैरों के दोनों को अंगूठों को पकड़ो, धीरे धीरे अपनी कमर झुका करके अपना माथा घुटनों पे लगाओ। एकदम नहीं होगा, बहुत धीरे धीरे होगा। ये आपके समझ लो कि सब आसनों का गुरु आसन है पश्चिमोत्तान। उसके बाद इसी तरह से पद्मासन है, पद्मासन पे आप बैठिए। उसके बाद भुजदंड पद्मासन है। तो इस तरह से कई ऐसे आसन है। वज्रासन है, वज्रासन में सिर्फ बैठे ही आप थोड़ी देर तो आपकी आंतें जो है वो बिल्कुल नॉर्मल हो जाएंगी, श्वास क्रिया ठीक होगी, फेफड़े ठीक है। तो आसन तो बहुत सारे हैं, परंतु जब तक आप
बैठ करके किसी ज्ञानी के पास नहीं आओगे, आसान आसन भी हो जाएंगे और इससे भी आसान हो सकते हैं जिसे हर एक कर सकता है। तो ये सीखने के बाद ही आ सकते हैं, ऐसे नहीं देख करके नहीं आते। वैसे मैंने किताब छपाई है, उसमें मेरे सारे फोटो हैं। वो फोटो जो है वो उसमें सारे आसन करके मैंने दिखाए हैं। इनमें एक आसन है सूर्य नमस्कार, वो बहुत आसान है। सूर्य नमस्कार आप 5 लगा लो, 10 लगा लो, आपको पूरा व्यायाम मिल जाएगा, पूरे आसनों का फायदा मिल जाएगा। आप कुछ मत करो, सिर्फ सूर्य नमस्कार कर लो। आप सूर्य को उसकी 12 क्रियाएं हैं, 12 क्रियाओं में उसे कर लो आप, तो आपको और आसनों के करने की जरूरत ही नहीं है। केवल वही कर लो, सूर्य नमस्कार कर लो। ये जो मैं प्रोग्राम चला रहा हूँ, हम पंजाबी है, मेरा जो ये मेन इसका उद्देश्य है हाँ, कि जो हम लोग पाकिस्तान से आए और यहाँ बसे, मेरा मानना ये है कि हिंदुस्तान पाकिस्तान का बंटवारा नहीं हुआ, बंटवारा पंजाब का हुआ। सही है ये, क्योंकि आप तो वहाँ से आए हो, क्योंकि दिल्ली बॉर्डर से लेके और पेशावर तक सारा पंजाब ही था। तो पंजाबी जो है जो निकल आए वो तो यहाँ आकर सब स्टेब्लिश्ड हो गए अपना पूरे भारतवर्ष में, और जो रह गए वहाँ उनकी आज जो हालत हो रही है वो आप लोग रोज ही टेलीविजनों में देख रहे हो, समझे ना। तो आदमी को धर्म बड़ा है, धन छोटा है। अगर धर्म रहेगा तो धन और आदि उत्पन्न कर लेगा, अगर धर्म ही चला गया तो फिर क्या रह जाएगा। सबसे बड़ा तो हिंदू धर्म है, और राष्ट्रीय संघ ना होता तो हम आ ही नहीं सकते थे। भाई साहब एक कट्टा भरा हुआ जेवरों को लाए थे सोना, और अमृतसर में आकर के रिफ्यूजी कैंप में दिया था उन्होंने, मनमोहन जी ने, जो वहाँ हमले के अंदर लोगों के गिर गए थे जेवर और पैसा और धन, नहीं तो वो हमें रख नहीं सकते थे। हमारा इतने ईमानदार थे हम लोग। भाई साहब ने कहा नहीं ये सारा धन है, एक नया पैसा तक नहीं रखा। उसके बदले में वहाँ रिफ्यूजी कैंप में भाई साहब को एक घड़ी दी थी, वेस्टर्न वॉच उनके हाथ में बंधी रहती थी। इतने ईमानदार थे मनमोहन जी, हमने तो देखा है उन्हें। बहुत सेवा करी है संघ के लोगों ने, बड़ी सेवा की है। ये कहते हैं संघ वाले ये हैं, संघ वाले ये। अगर संघ ना होती ना, राष्ट्रीय सेवक संघ, हम एक नहीं बच के आते। हम लोगों को मुकाबले किए, लड़े हैं, झगड़े हैं, मरे हैं। तो ये लोग अब ठीक है, अब जो ये करते फिर रहे हैं ये लोग अपनी राजनीति सेकने के लिए अब भी ताले मुसलमानों के पीछे पड़े हुए हैं। ये ना किसी के थे, ना है, ना होंगे। लिख लो कागज पे, 100 भलाई कर लो, इनको मकान दे लो, तुम इनको सब चीज दे लो, ये तुम्हारे कभी नहीं हो सकते, कभी नहीं हो सकते, कभी नहीं हो सकते। ये हमारे दुश्मन है हमेशा से, शुरू से। आपका आज के इस कार्यक्रम में बहुत बहुत धन्यवाद, और इस कार्यक्रम में आने के लिए अपना कीमती समय जो आपने आज हमें दिया उसके लिए मैं आपका बहुत बहुत धन्यवाद करता हूं, और आशा करता हूं फिर भविष्य में किसी समय आपका समय लेकर मात्र योग पर ही हम आपसे बात करेंगे। तब तक के लिए हम पंजाबी चैनल के श्रोता, आप हमसे जुड़े रहिए। आप हमारे चैनल को सब्सक्राइब करें, लाइक करें और शेयर करें, और हमेशा हमसे जुड़े रहिए। धन्यवाद मित्रों। धन्यवाद, बहुत बहुत धन्यवाद आप लोगों का, मुझे बुलाने का आप लोगों का शुक्रिया, बहुत बहुत शुक्रिया। This program is powered by SafFab, crafting your dreams. Mixon, dream it, live it. Karyan, Commercial Residential Warehouse. Anand Gold, Ronak, harmony in health, harmony in life. जद कीता पंजाबिया ने कीता है कमाल, हो जो बोले सोने हाल।